ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਅੱਜ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੋ ਇਤਿਹਾਸ ਸ਼ੁਰੂ ਕੀਤਾ ਹੋਇਆ ਹੈ ਸਿੱਖ ਸੇਵਕ ਆਸਟ੍ਰੇਲੀਆ ਵੱਲੋਂ ਜੋ ਇਹ ਸੀਰੀਜ਼ ਚੱਲ ਰਹੀ ਹੈ, ਉਸ ਵਿੱਚ ਅੱਜ ਅਗਲੇ ਹਿੱਸੇ ਦੀ ਗੱਲ ਕਰਾਂਗੇ, ਜਿਸ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਰਾਮ ਰਾਈਆਂ ਨੂੰ ਸੋਧਣਾ, ਬੀਬੀ ਅਨੂਪ ਕੌਰ ਦੀ ਜੋ ਸੰਸਕਾਰ ਦੀ, ਉਸ ਤੋਂ ਇਲਾਵਾ ਜਮਨਾ ਪਾਰ ਦੇ ਇਲਾਕਿਆਂ ਦੀ ਸੁਧਾਈ, ਅਤੇ ਇਸ ਤੋਂ ਇਲਾਵਾ ਬਹਾਦਰ ਸ਼ਾਹ ਦੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਿਹੜੀ ਭਿੜਤ ਹੁੰਦੀ ਹੈ, ਲੋਹਗੜ੍ਹ ਦੀ ਜੰਗ ਹੈ ਜਿਹੜੀ ਕਿ ਬਹੁਤ ਘੱਟ ਸਾਨੂੰ ਇਤਿਹਾਸ 'ਚ ਪਤਾ ਲੱਗੇਗੀ, ਪਰ ਉਹ ਇੱਕ ਬੜਾ ਅਹਿਮ ਹਿੱਸਾ ਸੀ ਜਦੋਂ ਸਿੰਘਾਂ ਨੇ ਆਪਣੀ ਵੀਰਤਾ ਦਾ ਪ੍ਰਗਟਾਵਾ ਕੀਤਾ। ਉਸ ਸੰਬੰਧੀ ਅੱਜ ਆਪਾਂ ਜੋ ਇਸ ਸਿੱਖ ਸੇਵਕ ਆਸਟ੍ਰੇਲੀਆ ਵੱਲੋਂ ਸ਼ੁਰੂ ਕੀਤੀ ਹੋਈ ਸੀਰੀਜ਼ ਹੈ ਉਹਦੇ ਵਿੱਚ ਕਰਾਂਗੇ। ਇਸ ਲਈ ਮੈਂ ਪਹਿਲਾਂ ਰੈਫਰੈਂਸ ਜ਼ਰੂਰ ਦੱਸ ਦਿੰਦਾ। ਇਹ ਜੋ ਮੈਂ ਲਏ ਨੇ ਉਹ ਹਨ ਖਾਲਸਾ ਰਾਜ ਦਾ ਬਾਨੀ ਡਾਕਟਰ ਸੁਖਦਿਆਲ ਸਿੰਘ ਜੀ, ਸਾਡਾ ਇਤਿਹਾਸ ਭਾਗ ਦੂਜਾ ਪ੍ਰਿੰਸੀਪਲ ਸਤਬੀਰ ਸਿੰਘ ਜੀ, ਸ਼੍ਰੀ ਗੁਰੂ ਪੰਥ ਪ੍ਰਕਾਸ਼, ਬਲਵੰਤ ਸਿੰਘ ਢਿੱਲੋਂ ਅਤੇ ਸਰਦਾਰ ਸੋਹਣ ਸਿੰਘ ਸ਼ੀਤਲ ਦੀ ਕਿਤਾਬ ਬੰਦਾ ਸਿੰਘ ਸ਼ਹੀਦ, ਇਹਨਾਂ ਸਾਰਿਆਂ ਵਿੱਚੋਂ ਲਏ ਨੇ। ਹੁਣ ਆਓ ਅੱਜ ਆਪਾਂ ਅਗਲਾ ਹਿੱਸਾ ਸ਼ੁਰੂ ਕਰੀਏ। ਹੁਣ ਜਦੋਂ ਬਾਬਾ ਜੀ ਨੇ ਸਰਹੰਦ ਨੂੰ ਫਤਿਹ ਕਰ ਲਿਆ ਅਤੇ ਸਰਹੰਦ ਦਾ ਰਾਜ ਪ੍ਰਬੰਧ ਚੰਗੀ ਤਰ੍ਹਾਂ ਸੈੱਟ ਕਰ ਲਿਆ, ਉਸ ਤੋਂ ਜੋ ਅਗਲਾ ਕੰਮ ਉਹਨਾਂ ਨੇ ਕੀਤਾ, ਕਿਉਂਕਿ ਉਹਨਾਂ ਦੀ ਦੂਹੀ ਚਾਰੇ ਪਾਸੇ ਫਿਰ ਗਈ, ਸਾਰਿਆਂ ਨੂੰ ਪਤਾ ਲੱਗ ਗਿਆ ਬਾਬਾ ਬੰਦਾ ਸਿੰਘ ਬਹਾਦਰ ਜ਼ੁਲਮਾਂ ਤੋਂ ਨਿਜਾਤ ਦਿਵਾਉਣ ਲਈ ਆਏ ਨੇ। ਹੁਣ ਉਹਦੇ ਕੀ ਹੁੰਦਾ ਹੈ, ਇੱਕ ਲਾਗੇ ਹੀ ਏਰੀਆ ਹੈ, ਇਲਾਕਾ ਹੈ ਪਾਇਲ ਦੇ ਨੇੜੇ ਘੁੜਾਣੀ ਦਾ, ਜਿੱਥੇ ਕਿ ਉਹਨਾਂ ਨੂੰ ਰਾਮ ਰਾਈਆਂ ਦੀਆਂ ਜਿਹੜੀਆਂ ਕਰਤੂਤਾਂ ਨੇ ਉਹਨਾਂ ਬਾਰੇ ਪਤਾ ਲੱਗਦਾ ਆ ਕਿ ਉਹ ਉੱਥੇ ਬੜੀਆਂ ਹੀ ਮਾੜੀਆਂ ਕਰਤੂਤਾਂ ਕਰ ਰਹੇ ਨੇ, ਜਿਹਨੂੰ ਪ੍ਰਾਚੀਨ ਪੰਥ ਪ੍ਰਕਾਸ਼ 'ਚ ਲਿਖਿਆ, ਮੈਂ ਉਹਦੇ ਸੰਬੰਧੀ ਦੱਸਦਾ। ਕਹਿੰਦੇ ਬੁਲਾਕਾ ਸਿੰਘ ਇੱਕ ਸਿੰਘ ਹੁਤੋ ਰਹੇ ਆਲੀ ਸਿੰਘ ਪਾਸ, ਹਾਥ ਜੋੜ ਠਾਂਡੋ ਭਇਓ ਕਰ ਬੰਦੇ ਪੈ ਅਰਦਾਸ, ਪਾਇਲ ਪਾਸ ਘੁੜਾਣੀ ਗ੍ਰਾਮ ਤਹਾਂ ਬਹੁਤ ਹੈ ਖਤਰੀਨ ਧਾਮ, ਰਾਮ ਰਾਇਣ ਕ ਮਸੰਦ ਕਹਾਵੇ ਕਰੇ ਮਸਕਰੀ ਖਾਲਸੇ ਖਿਜਾਵੇ, ਮੈਂ ਉਹਾਂ ਸ਼ਬਦ ਚੌਂਕੀ ਠਈ ਬੋਲੋ ਵਾਹਿਗੁਰੂ ਅਰਦਾਸ ਯੋ ਕਹੀਂ, ਸੁਣਤ ਦੁਤਾਰੋ ਉਨ ਭਨ ਦਿਓ ਮੁਖਤੇ ਵਾਕ ਤਿਨ ਖੋਟੇ ਕਹਿਓ, ਔ ਸਤਿਗੁਰ ਕੀ ਨਿੰਦਿਆ ਕਰੀ ਹਮਕੋ ਨਹਿਵੇ ਬਿਸਰਤ ਕਰੀ, ਥੀ ਹਮਕੋ ਬਹੁ ਕੀਨੀ ਮਾਰ ਸੋ ਤੋ ਆਪਣੇ ਦਈ ਵਿਸਾਰ, ਪੁੱਤਰ ਮੂਏ ਆਪ ਮੂਏ ਅਬ ਮੂਇਓ ਨਾ ਵਾਹਿਗੁਰੂ ਬੋਲ। ਉਹਨਾਂ ਰਾਮ ਰਾਈਆਂ ਨੇ ਉੱਥੇ ਕੀ ਕੀਤਾ, ਜੋ ਮੈਂ ਸਾਰਾ ਪ੍ਰਸੰਗ ਆਪ ਜੀ ਨੂੰ ਸੁਣਾਇਆ ਆ। ਉਹਨਾਂ ਰਾਮ ਰਾਈਆਂ ਨੇ ਉੱਥੇ ਭਾਈ ਬੁਲਾਕਾ ਸਿੰਘ ਨਾਮ ਦਾ ਇੱਕ ਸਿੰਘ ਹੈ, ਜਿਹੜਾ ਕਿ ਉੱਥੇ ਅਰਦਾਸ ਕਰਦਾ, ਰਹਿਰਾਸ ਸਾਹਿਬ ਦਾ ਪਾਠ ਕਰਦਾ, ਉਹਦੀ ਉਹਨਾਂ ਨੇ ਬੇਇੱਜ਼ਤੀ ਕੀਤੀ। ਉਹਨੂੰ ਕਹਿੰਦੇ ਕਰੇ ਮਸ਼ਕਰੀ ਖਾਲਸਾ ਖਿਜਾਵੇ, ਅਤੇ ਇੱਥੋਂ ਤੱਕ ਬੇਇੱਜ਼ਤੀ ਕੀਤੀ। ਉਹ ਜਿਹਦੇ ਨਾਲ ਕੀਰਤਨ ਕਰਦਾ ਨਾ ਦੋ ਤਾਰਾ, ਉਹ ਵੀ ਭੰਨਤਾ, ਅਤੇ ਨਾਲੇ ਕਹਿੰਦੇ ਨੇ ਹੁਣ ਵਾਹਿਗੁਰੂ ਕਹਿਣਾ ਬੰਦ ਕਰ ਦੇ, ਹੁਣ ਤਾਂ ਤੁਹਾਡੇ ਗੁਰੂ ਦਾ ਕੁਝ ਬਚਿਆ ਹੀ ਨਹੀਂ ਗਾ। ਉਹ ਕਹਿੰਦੇ ਪੁੱਤਰ ਮੋਏ ਆਪ ਮੋਏ ਅਬ ਮੋਏ ਨਾ ਵਾਹਿਗੁਰੂ ਬੋਲ। ਅਤੇ ਜਦੋਂ ਇਹਨਾਂ ਨੇ ਇਹ ਗੱਲ ਕਹੀ, ਉੱਥੇ ਭਾਈ ਬੁਲਾਕਾ ਸਿੰਘ ਦਾ ਕੁਝ ਨਹੀਂ ਕਰ ਪਾਇਆ, ਪਰ ਉਹਨੇ ਬੰਦਾ ਸਿੰਘ ਜੀ ਪਾਸ ਉਹਨੇ ਭੇਜੀ ਖਬਰ ਕਿ ਮੈਨੂੰ ਐਵੇਂ ਮੇਰੇ ਨਾਲ ਘਟੀਆ ਕੰਮ ਕਰਦੇ ਨੇ। ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉੱਥੋਂ ਪਾਇਲ ਵੱਲ ਨੂੰ ਚਾਲੇ ਪਾਏ, ਉੱਥੇ ਰਾਮ ਰਾਈਆਂ ਨੂੰ ਸੋਧਿਆ, ਅਤੇ ਉਹਨਾਂ ਨੂੰ ਸੋਧਾ ਲਾ ਕੇ ਜਿਹੜਾ ਉੱਥੋਂ ਦਾ ਪ੍ਰਬੰਧ ਉਹ ਵੀ ਭਾਈ ਬੁਲਾਕਾ ਸਿੰਘ ਦੇ ਹੀ ਪਾਸ ਕਰ ਦਿੱਤਾ। ਹੁਣ ਉਸ ਤੋਂ ਅੱਗੇ ਬਾਬਾ ਜੀ ਮਲੇਰਕੋਟਲੇ ਵਾਲੇ ਗਏ। ਹੁਣ ਮਲੇਰਕੋਟਲੇ ਕਿਉਂ ਗਏ? ਆਪਾਂ ਸਭ ਨੂੰ ਪਤਾ ਕਿ ਇੱਥੋਂ ਦਾ ਇੱਕ ਨਵਾਬ ਸ਼ੇਰ ਮੁਹੰਮਦ ਖਾਨ ਸੀ, ਜਿਹਨੇ ਹਾ ਦਾ ਨਾਅਰਾ ਮਾਰਿਆ ਸੀ, ਪਰ ਇਹ ਸਿਰਫ ਇਹਨੇ ਉਦੋਂ ਹਾ ਦਾ ਨਾਅਰਾ ਮਾਰਿਆ ਸੀ। ਇਸ ਤੋਂ ਇਲਾਵਾ ਜਿੱਥੇ ਜਿੱਥੇ ਵੀ ਗੱਲ ਹੋਈ ਇਹਨੇ ਸਿੱਖਾਂ ਦੇ ਵਿਰੋਧੀ ਕੰਮ ਕੀਤਾ ਹੈ, ਪਰ ਕਿਉਂਕਿ ਸਿੱਖਾਂ ਨੇ ਸਿੱਖ ਕ੍ਰਿਤ ਕਹਾਣੀ ਸਿਰਫ ਇਹਦੇ ਹਾ ਦੇ ਨਾਅਰੇ ਮਾਉਣ ਕਰਕੇ ਹੀ ਸਿੱਖਾਂ ਨੇ ਇਹਨੂੰ ਸਿਰ 'ਤੇ ਚੜ੍ਹਾਇਆ ਹੋਇਆ ਸੀ। ਹੁਣ ਇਹ ਕਹਿੰਦੇ ਨੇ ਕਿ ਸ਼ੇਰ ਮੁਹੰਮਦ ਖਾਨ ਨੇ ਚਮਕੌਰ ਦਾ ਜਦੋਂ ਮਹਾਰਾਜ ਦੇ ਨਾਲ ਇਹਨਾਂ ਨੇ ਜੰਗ ਕੀਤਾ, ਉੱਥੇ ਅਨੂਪ ਕੌਰ ਨੂੰ, ਜਿਹੜੀ ਕਿ ਮਹਾਰਾਜ ਦੇ ਮਹੱਲਾਂ ਦੇ ਵਿੱਚ ਸੀ, ਉਹ ਜਿਹੜੀ ਕਿ ਉੱਥੋਂ ਦੀ ਟਹਿਲਣ ਸੀ, ਉਹਨਾਂ ਦੀ ਜਿਹੜੀ ਬੱਚਿਆਂ ਨੂੰ ਉੱਠ ਟਹਿਲਣ ਸੀ, ਸੇਵਾ ਕਰਦੀ ਸੀ, ਉਹਨਾਂ ਨੂੰ ਅਨੂਪ ਕੌਰ ਜੀ ਨੂੰ ਲੈ ਗਿਆ ਆਪਣੇ ਨਾਲ, ਅਤੇ ਉਹਨਾਂ ਦਾ ਸੱਤ ਭੰਨ ਕਰਨਾ ਚਾਹਿਆ। ਪਰ ਜਿਹੜੀ ਬੀਬੀ ਸਤਵੰਤੀ ਬੀਬੀ ਅਨੂਪ ਕੌਰ ਸੀ, ਉਸ ਮਹਾਨ ਸਿੰਘਣੀ ਨੇ ਆਪਣੀ ਜਾਨ 'ਤੇ ਖੇਡ ਗਈ ਅਤੇ ਇੱਜ਼ਤ ਬਚਾ ਲਈ। ਹੁਣ ਜੋ ਸ਼ੇਰ ਮੁਹੰਮਦ ਖਾਨ ਨੂੰ ਪਤਾ ਲੱਗ ਗਿਆ, ਉਹਨੇ ਕੀ ਇਹਨੂੰ ਦਫਨਾ ਦਿੱਤਾ। ਜਦੋਂ ਬਾਬਾ ਜੀ ਨੂੰ ਸਾਰੀ ਗੱਲ ਦਾ ਪਤਾ ਲੱਗਾ ਹੈ ਨਾ, ਉਹਨਾਂ ਨੂੰ ਸਾਰਾ ਸਿੰਘਾਂ ਨੇ, ਓਬੀਅਸ ਹੈ ਕਿ ਬਾਬਾ ਜੀ ਉਹਨਾਂ ਦੇ ਨਾਲ ਰਹਿੰਦੇ ਸਨ, ਸਿੰਘਾਂ ਨੇ ਸਾਰੀ ਗੱਲ ਦੱਸੀ। ਹੁਣ ਬਾਬਾ ਜੀ ਕਹਿੰਦੇ ਉੱਥੋਂ ਮਲੇਰਕੋਟਲੇ ਵੱਲ ਗਏ, ਜਦੋਂ ਭਾਈ ਬੁਲਾਕਾ ਸਿੰਘ ਜੀ ਨੂੰ ਉਹਨਾਂ ਨੂੰ ਰਾਮ ਰਾਈਆਂ ਤੋਂ ਬਚਾ ਕੇ ਮਲੇਰਕੋਟਲੇ ਵਾਲੇ ਪਾਸੇ ਗਏ। ਹੁਣ ਮਲੇਰਕੋਟਲੇ 'ਚ ਗਏ ਤਾਂ ਮਲੇਰਕੋਟਲੇ ਦੇ ਲੋਕਾਂ ਨੇ ਉੱਥੇ ਕਿਸ਼ਨ ਦਾਸ ਕਹਿੰਦੇ ਨੇ, ਉਹਨਾਂ ਨੇ ਅੱਗੇ ਹੋ ਕੇ ਬੇਨਤੀ ਕੀਤੀ, ਤੁਸੀਂ ਸ਼ਹਿਰ ਨੂੰ ਨਾ ਉਜਾੜਿਓ, ਤੁਸੀਂ ਸ਼ਹਿਰ ਨੂੰ ਨਾ ਉਜਾੜਿਓ, ਅਤੇ ਜਿਹੜੇ ਬੀਬੀ ਅਨੂਪ ਕੌਰ ਉਹਨੂੰ ਦਾ ਤੁਸੀਂ ਕਬਰ ਲੱਭ ਲਓ। ਫਿਰ ਬਾਬਾ ਜੀ ਨੂੰ ਉੱਥੇ ਕਿਸੇ ਨੂੰ ਨੁਕਸਾਨ ਨਹੀਂ ਪੁੱਜਿਆ, ਅਤੇ ਉਹਨਾਂ ਨੇ ਕਬਰਾਂ ਪੁੱਟ ਕੇ ਬਾਬੀ ਅਨੂਪ ਕੌਰ ਦੀ ਜਿਹੜੀ ਲਾਸ਼ ਸੀ ਉਹਨੂੰ ਕੱਢਿਆ, ਅਤੇ ਉਹਦਾ ਸਿੱਖ ਰਹੁ ਰੀਤਾਂ ਅਨੁਸਾਰ ਸੰਸਕਾਰ ਕੀਤਾ। ਉਹਨਾਂ ਇਸੇ ਗੱਲ ਨੂੰ ਨਾ ਕਈ ਜਿਹੜੇ ਮੁਸਲਮਾਨ ਲੇਖਕ ਨੇ
ਇਹ ਗੱਲ ਸੰਗਤ ਜੀ ਬੜੀ ਧਿਆਨ ਦੇਣ ਵਾਲੀ। ਮੁਹੰਮਦ ਲਤੀਫ ਅਹਿਮਦ ਵਰਗਿਆਂ ਨੇ ਬਹੁਤ ਇਹ ਗੱਲਾਂ ਲਿਖੀਆਂ ਨੇ ਕਿ ਸਿੱਖਾਂ ਨੇ ਜਿਹੜਾ ਕਿ ਆਪਣਾ ਇੱਕ ਦਰਿੰਦੇ ਦੇ ਤੌਰ 'ਤੇ ਉਹਨਾਂ ਨੇ ਪੇਸ਼ ਕੀਤਾ। ਦਰਿੰਦਾ ਨਹੀਂ ਹੁੰਦਾ, ਬਹੁਤ ਭਿਆਨਕ ਦਰਿੰਦਾ। ਕਾਫੀ ਖਾਨ ਤਾਂ ਇਹਨਾਂ ਦਾ ਸਪਸ਼ਟ ਦਰਿੰਦਾ ਲਿਖਿਆ ਹੈ, ਕਿਉਂਕਿ ਉਹ ਸਾਰੇ ਉਹ ਕਹਿੰਦੇ ਨੇ ਵੀ ਇਹਨਾਂ ਕਬਰਾਂ ਫਰੋਲੀਆਂ, ਉਹਨਾਂ ਨੇ ਜਿਹੜੇ ਦੂਸਰੇ ਧਾਰਮਿਕ ਸਥਾਨ ਢਾਏ, ਪਰ ਉਹਨਾਂ ਨੇ ਕਿਤੇ ਵੀ ਗੱਲ, ਕਿਸੇ ਵੀ ਮੁਸਲਿਮ ਲੇਖਕ ਨੇ ਗੱਲ ਨਹੀਂ ਲਿਖੀ ਕਿ ਬੀਬੀ ਅਨੂਪ ਕੌਰ ਦੇ ਵਾਸਤੇ ਉਹਨਾਂ ਨੇ ਸਾਰੀਆਂ ਕਬਰਾਂ ਫਰੋਲੀਆਂ ਸੀ। ਇੱਥੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਜਦੋਂ ਵੀ ਕੋਈ ਦੂਸਰਾ ਤੁਹਾਡੇ ਲਈ ਇਤਿਹਾਸ ਲਿਖਦਾ ਹੈ ਨਾ, ਉਹ ਆਪਣੇ ਹਿਸਾਬ ਨਾਲ ਲਿਖਦਾ ਹੈ। ਉਹ ਇਹ ਨਹੀਂ ਦੇਖਦਾ ਕਿ ਉਹ ਸਿੱਖ ਦੀ ਪਿੱਛੇ ਭਾਵਨਾ ਕੀ ਹੈ। ਹੁਣ ਬਾਬਾ ਜੀ ਦੀ ਭਾਵਨਾ ਹੈਗੀ ਹੈ ਬੀਬੀ ਅਨੂਪ ਕੌਰ ਨੂੰ ਸਿੱਖ ਰੋਹ ਰੀਤਾਂ ਅਨੁਸਾਰ ਉਹਨਾਂ ਸੰਸਕਾਰ ਕਰਨ ਦੀ। ਇੱਥੇ ਇੱਕ ਹੋਰ ਗੱਲ ਸੰਗਤ ਜੀ ਬਹੁਤ ਧਿਆਨ ਦੇਣ ਜੋਗੀ, ਜਿਹੜੀ ਆਪਾਂ ਸ਼ੁਰੂ ਤੋਂ ਸ਼ੁਰੂ ਕੀਤੀ ਸੀ, ਸਿਧਾਂਤ ਦੀ ਗੱਲ। ਹੁਣ ਉਹ ਚਾਹੁੰਦੇ ਤਾਂ ਉਹਨਾਂ ਜਿਹੜੀ ਕਬਰ ਉਹਦੇ ਦੱਬੇ ਰਹਿਣ ਦਿੰਦੇ, ਪਰ ਕਿਉਂਕਿ ਸਿੱਖ ਦੇ ਜੀਵਨ ਦਾ ਇੱਕ ਬੜਾ ਹੀ ਅਹਿਮ ਹਿੱਸਾ ਆ ਬੰਦੇ ਦਾ ਜਿਹੜੇ ਮਰਨ ਸੰਸਕਾਰ। ਇਹ ਦੇਖੋ ਨਾ ਜਿਹੜੀਆਂ ਗੱਲਾਂ ਨੇ ਅੱਜ ਕੱਲ੍ਹ ਅਸੀਂ ਇਹਨੂੰ ਬਹੁਤ ਵਿਸਾਰ ਰਹੇ ਹਾਂ। ਜਿਹੜੇ ਸਾਡੇ 4 ਸੰਸਕਾਰ ਨੇ ਉਹਨਾਂ 'ਚ ਇੱਕ ਸੰਸਕਾਰ ਹੈਗਾ ਜਿਹੜਾ ਮਰਨ ਸੰਸਕਾਰ। ਹੁਣ ਉਹਨਾਂ ਨੇ ਕਿਉਂਕਿ ਸਿੰਘਾਂ ਨਾਲ ਰਹਿੰਦੇ ਸਨ ਅਤੇ ਉਹ ਸਾਰੇ ਸਿੰਘ ਸਤਿਗੁਰ ਕਲਗੀਧਰ ਜੀ ਦੇ ਨਾਲ ਰਹਿੰਦੇ ਸਨ, ਉਹਨਾਂ ਨੂੰ ਇਹਨਾਂ ਸੰਸਕਾਰਾਂ ਬਾਰੇ ਪੂਰਾ ਪਤਾ ਸੀ। ਇਸ ਲਈ ਬਾਬਾ ਜੀ ਨੇ ਉਹਨਾਂ ਦੀ ਲਾਸ਼ ਨੂੰ ਕਢਾ ਕੇ ਸਿੱਖ ਰੋਹ ਰੀਤਾਂ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। ਬੀਬੀ ਜੀ ਦੇ ਸੰਸਕਾਰ ਤੋਂ ਬਾਅਦ ਫਿਰ ਬਾਬਾ ਜੀ ਨੇ ਕੁਝ ਹੋਰ ਇਲਾਕੇ ਜਿੱਤੇ ਅਤੇ ਵਾਪਸ ਸਰਹੰਦ ਆਏ। ਸਰਹੰਦ ਦਾ ਪ੍ਰਬੰਧ 1 ਮਹੀਨੇ ਦੇ ਵਿੱਚ ਸਾਰਾ ਸੈੱਟ ਕਰਕੇ ਸਾਰੀਆਂ ਜੋ ਵੀ ਫੌਜਾਂ ਸਨ ਉਹਨਾਂ ਨੂੰ ਆਰਾਮ ਦਿਵਾ ਕੇ ਫਿਰ ਸਿੰਘਾਂ ਨੇ ਇਹ ਮਤਾ ਪਕਾਇਆ ਕਿ ਆਪਾਂ ਜਿਹੜੇ ਜਮਨਾ ਤੋਂ ਪਾਰ ਦੇ ਇਲਾਕੇ ਨੇ ਨਾ ਉਹਨਾਂ ਨੂੰ ਹੱਥ ਫੇਰੀਏ। ਹੁਣ ਉਹਦਾ ਕਾਰਨ ਸੀ, ਇੱਕ ਤਾਂ ਜਿਹੜਾ ਦਿੱਲੀ ਦਾ ਰਾਜਾ ਬਹਾਦਰ ਸ਼ਾਹ ਸੀ ਉਹ ਦੱਖਣ ਦੇ ਵਿੱਚ ਰੁੱਝਿਆ ਹੋਇਆ ਸੀ, ਉੱਥੋਂ ਦੀਆਂ ਬਗਾਵਤਾਂ ਨੂੰ ਦਬਾਉਣ ਗਿਆ ਸੀ। ਦੂਜਾ, ਇਹਦੇ ਨਾਲ ਸਿੱਖਾਂ ਦਾ ਦਬਦਬਾ ਬਹੁਤ ਫੈਲ ਜਾਣਾ ਸੀ। ਅਤੇ ਤੀਜੀ ਗੱਲ, ਸੋਹਣਾ ਮਾਲ ਅਸਬਾਬ ਵੀ ਸਿੱਖਾਂ ਦੇ ਹੱਥ 'ਚ ਲੱਗ ਜਾਣਾ ਸੀ। ਹੁਣ ਖਾਲਸਾ ਦਲ ਨੇ ਫਿਰ ਜਮਨਾ ਪਾਰ ਕੀਤੀ ਅਤੇ ਬੁੜੀਆ ਪਹੁੰਚਿਆ। ਇਹ ਇੱਕ ਕਹਿੰਦੇ ਜਮਨਾ ਨੂੰ ਪਾਰ ਕਰਨ ਦਾ ਮੁੱਖ ਘਾਟ ਸੀ, ਜਿਹੜੀ ਇੱਕ ਜਗ੍ਹਾ ਸੀ। ਉੱਥੋਂ ਦੇ ਚੌਧਰੀ ਨੂੰ ਨਜ਼ਰਾਨਾ ਲਿਆ, ਉਹਦਾ ਨਾਮ ਬਦਲ ਗੁਲਾਬ ਨਗਰ ਰੱਖਤਾ। ਇੱਥੇ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ, ਅਖਬਾਰ ਅਤੇ ਦਰਬਾਰ ਮੁਹੱਲਾ ਜਿਹੜੀ ਕਿ ਉਦੋਂ ਦੀ ਖਬਰਾਂ ਦਾ ਇੱਕ ਅਖਬਾਰ ਹੈ ਨਾ, ਉਹਨੇ ਗੱਲ ਲਿਖੀ ਹੈ ਜਿਹੜੀ ਇੱਕ ਪ੍ਰੋਪਰ ਖਬਰ, ਜਿਹੜੀ ਇੱਕ ਭੇਜੀ ਖਬਰ ਨਵੀਸ ਨੇ। ਮੈਂ ਉਹ ਆਪ ਜੀ ਨੂੰ ਇੰਨੇ ਮਿੰਟ ਦੱਸਦਾ। ਉਹਦੇ 'ਚ ਇਹ ਖਬਰ ਲਿਖੀ ਵੀ ਲੋਕੀ ਕਹਿ ਰਹੇ ਨੇ ਸੀ ਕਿ ਲੋਹਗੜ੍ਹ ਤੋਂ ਸਹਾਰਨਪੁਰ ਜਾਣ ਲਈ ਬੰਦਾ ਜਦੋਂ ਜਮਨਾ ਨਦੀ ਉੱਤੇ ਪਹੁੰਚਿਆ ਨਾ, ਉਹ ਬੜੇ ਜ਼ੋਰ ਨਾਲ ਚੱਲ ਰਹੀ ਸੀ। ਅਤੇ ਕਹਿੰਦਾ ਬੰਦਾ ਸਿੰਘ ਬਹਾਦਰ ਸੋਟੀ ਲੈ ਕੇ ਦਰਿਆ ਦੇ ਕੰਢੇ ਪਹੁੰਚਿਆ ਅਤੇ ਕਹਿਣ ਲੱਗਾ ਮੈਨੂੰ ਅਤੇ ਮੇਰੀ ਫੌਜ ਨੂੰ ਰਾਹ ਦੇ ਦੇ। ਅਤੇ ਕਹਿੰਦੇ ਪਾਣੀ ਉਤਰ ਗਿਆ ਅਤੇ ਸਾਰੇ ਜਿਹੜੇ ਲੋਕ ਨੇ ਦਰਿਆਓ ਪਾਰ ਹੋ ਗਏ। ਇਹ ਖਬਰ ਜਿਹੜੀ ਅਖਬਾਰ ਅਤੇ ਦਰਬਾਰ ਮੁਹੱਲਾ ਦੀ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ। ਹੁਣ ਉੱਥੋਂ ਸਹਾਰਨਪੁਰ ਨੂੰ ਉਹਨਾਂ ਨੇ ਜਮਨਾ ਪਾਰ ਕੀਤੀ। ਅੱਗੇ ਸਹਾਰਨਪੁਰ ਵਾਲੇ ਨਵਾਬ ਨੂੰ ਕਿਹਾ, ਉਹਨਾਂ ਨੂੰ ਨਜ਼ਰਾਨਾ ਲੈ ਕੇ ਮਿਲੇ। ਫਿਰ ਅੱਗੇ ਬੇਹੁੱਟ, ਅੰਬਹੋਟੇ, ਉੱਥੇ ਨਨੌਤੇ ਵਾਲੇ ਵਧੇ। ਇਹ ਸਾਰੀਆਂ ਥਾਵਾਂ 'ਤੇ ਸਿੰਘਾਂ ਨੇ ਚੰਗਾ ਹੱਥ ਮਾਰਿਆ ਅਤੇ ਇਹ ਸਾਰੇ ਪਾਸੇ ਜਿਹੜੀ ਵੀ ਜਮਨਾ ਤੋਂ ਪਾਰ ਵਾਲੇ ਪਾਸੇ 3-4 ਮਹੀਨੇ ਸਿੰਘਾਂ ਨੇ ਇੱਥੇ ਬਹੁਤ ਸੋਹਣੇ ਹੱਥ ਮਾਰੇ ਅਤੇ ਆਪਣਾ ਪੂਰਾ ਦਬਦਬਾ ਕਾਇਮ ਕੀਤਾ। ਇਹਨਾਂ 3-4 ਮਹੀਨਿਆਂ ਤੋਂ ਬਾਅਦ ਤਕਰੀਬਨ ਇਹ ਸਾਰੇ ਕੰਮ ਕਰਨ ਤੋਂ ਬਾਅਦ, ਜਿਵੇਂ ਕਿ ਸਹਾਰਨਪੁਰ ਅਤੇ ਜਲਾਲਾਬਾਦ ਦੇ ਫੌਜਦਾਰਾਂ ਨੂੰ ਪੂਰੀ ਬਿਪਤਾ 'ਚ ਪਾਉਣ ਤੋਂ ਬਾਅਦ ਜਿਹੜੇ ਨੇ ਸਿੰਘ ਨੇ ਨਾ, ਉਹ ਵਾਪਸੀ ਨੂੰ ਸਰਹੰਦ ਵਾਲੇ ਪਾਸੇ, ਪੰਜਾਬ ਵਾਲੇ ਪਾਸੇ ਨੂੰ ਤੁਰ। ਵਾਪਸ ਜਦੋਂ ਬਾਬਾ ਜੀ ਪੰਜਾਬ ਵਾਲੇ ਪਾਸੇ ਆਏ ਨਾ, ਇੱਕ ਬੜੀ ਸੋਹਣੀ ਲਾਈਨ ਆ, ਕਹਿੰਦੇ ਬੰਦੇ ਤੇ ਆਵੇਸ਼ੀ ਆਣ, ਬੈਠੇ ਡਰੇ ਘਰ ਮੁਸਲਮਾਨ। ਕਿ ਬਾਬਾ ਜੀ ਜਿਹੜੇ ਨੇ ਸ਼ੇਰ ਵਾਂਗੂ ਆ ਗਏ ਅਤੇ ਜਿਹੜੇ ਮੁਸਲਮਾਨ ਡਰ ਕੇ ਘਰੇ ਬਹਿ ਗਏ। ਹੁਣ ਉਹਨਾਂ ਦਾ ਕੀ ਮਤਲਬ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਨਾ ਚਾਰੇ ਪਾਸੇ ਧੁੰਮ ਫੈਲ ਗਈ। ਹੁਣ ਇਹ ਜੋ ਧੁੰਮ ਫੈਲਦੀ ਹੈ ਨਾ, ਜਦੋਂ ਇੱਕ ਕੌਮ ਉੱਪਰ ਜਾਂਦੀ ਹੈ, ਦੂਜੀ ਕੌਮ ਕੋਲ ਇੱਕ ਤਰੀਕਾ ਹੁੰਦਾ, ਹੁਣ ਉਹ ਇੱਕ ਰਿਲੀਜਨ ਦਾ ਪੱਤਾ ਖੇਡੇ। ਹੁਣ ਮੁਗਲ ਹਕੂਮਤ ਨੇ ਉੱਥੇ ਇੱਕ ਕੰਮ ਕੀਤਾ, ਲਾਹੌਰ ਦੀ ਹਕੂਮਤ ਨੇ, ਕਿਉਂਕਿ ਦਿੱਲੀ ਦਾ ਬਾਦਸ਼ਾਹ ਤਾਂ ਹਾਲੇ ਦੱਖਣ ਵਾਲੇ ਪਾਸੇ ਰੁੱਝਿਆ ਹੋਇਆ ਆ। ਅਤੇ ਜਿਹੜਾ ਲਾਹੌਰ ਦਾ ਉਸ ਵੇਲੇ ਰਾਜਾ ਸੀ ਅਸਲਾਮ ਖਾਨ, ਉਹ ਹੈਗਾ ਡਰਪੋਕ ਬਹੁਤ ਸੀ। ਉਹ ਸੀ ਉਹਦੀ ਬਸ ਇਹੀ ਆਸ ਸੀ ਵੀ ਦਿੱਲੀ ਤੋਂ ਮੈਨੂੰ ਕੋਈ ਮਦਦ ਪਹੁੰਚੇ। ਹੁਣ ਉੱਥੇ ਮਲਾਨਿਆਂ ਨੇ ਕੀ ਕੀਤਾ ਨਾ, ਉਹਨਾਂ ਨੇ ਕਿਹਾ ਵੀ ਇਹ ਸਿੱਖ ਤਾਂ ਵੱਧਦੇ ਪਏ ਨੇ, ਇਸਲਾਮ ਦਾ ਘਾਟਾ ਪੈਂਦਾ ਪਿਆ। ਮੁਸਲਮਾਨ ਉਹ ਕਹਿੰਦੇ ਵੀ ਇਸਲਾਮ ਖਤਰੇ 'ਚ। ਇੱਕ ਬੜਾ ਪੁਰਾਣਾ ਇੱਕ ਰਿਲੀਜੀਅਸ ਕਾਰਡ ਆ, ਧਾਰਮਿਕ ਪੱਤਾ ਆ। ਜਦੋਂ ਇੱਕ ਕੌਮ ਉੱਪਰ ਉੱਠਦੀ ਹੈ ਨਾ, ਦੂਜੀ ਕੌਮ ਕਹਿੰਦੀ ਸਾਡਾ ਧਰਮ ਖਤਰੇ 'ਚ, ਸਾਡਾ ਧਰਮ ਖਤਰੇ 'ਚ। ਹਾਲਾਂਕਿ ਬਾਬਾ ਜੀ ਦਾ ਇੱਕ ਵੀ ਕਰਮ ਐਵੇਂ ਦਾ ਨਹੀਂ ਸੀ ਜਿੱਥੋਂ ਇਹ ਪਤਾ ਲੱਗੇ ਕਿ ਉਹਨਾਂ ਨੇ ਮੁਸਲਮਾਨਾਂ ਨੂੰ ਜਾਂ ਕਿਸੇ ਵੀ ਹੋਰ ਕੌਮ ਨੂੰ ਜਾਣ ਬੁੱਝ ਕੇ ਮਾਰਿਆ ਹੈ। ਉਹਨਾਂ ਨੇ ਸਿਰਫ ਅਤੇ ਸਿਰਫ ਜ਼ਾਲਮ ਨਾਲ ਹੀ ਟੱਕਰ ਲਈ ਹੈ। ਹੁਣ ਉਹ 'ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਹਾਦ ਦਾ ਨਾਅਰਾ ਲਾਇਆ ਅਤੇ ਜਿਹੜਾ ਨਵਾਬ ਲਾਹੌਰ ਦਾ ਅਸਲਮ ਖਾਨ, ਉਹਨੂੰ ਵੀ ਕਿਹਾ ਵੀ ਤੂੰ ਆਪਣੇ ਬੰਦੇ ਭੇਜ, ਆਪਾਂ ਇਹਨਾਂ ਨਾਲ ਟੱਕਰਾ ਕਰਨਾ ਆ। ਹੁਣ ਸਾਰੇ ਜਿੰਨੇ ਵੀ ਜਹਾਦੀ ਨੇ ਨਾ,
ਉਹਨਾਂ ਨੇ ਸਿੰਘਾਂ ਦਾ ਇੱਕ ਜਥਾ ਆ ਇੱਧਰ ਮਾਝੇ ਵਾਲੇ ਪਾਸੇ ਰਾਵੀ ਦੇ ਕਿਨਾਰੇ ਨਾ, ਉੱਥੇ ਉਹਨਾਂ ਨੇ ਸਿੰਘਾਂ ਨੂੰ ਉੱਥੇ ਘੇਰ ਲਿਆ। ਹੁਣ ਸਾਰੇ ਜਹਾਦੀਆਂ ਨੇ ਉੱਥੇ ਸਿੰਘਾਂ ਨੂੰ ਘੇਰ ਲਿਆ ਭਗਵੰਤ ਰਾਏ ਦੀ ਹਵੇਲੀ ਦੇ ਵਿੱਚ। ਹੁਣ ਉਹ ਹਵੇਲੀ 'ਚ ਜਦੋਂ ਘੇਰਾ ਪਾਇਆ ਨਾ, ਸਿੰਘ ਗਿਣਤੀ ਪੱਖੋਂ ਬੜੇ ਥੋੜ੍ਹੇ ਸੀ, ਪਰ ਉਹ ਬਾਹਰ ਤਾਂ ਆ ਨਹੀਂ ਸਕਦੇ ਸੀ, ਪਰ ਅੰਦਰ ਕਿਸੇ ਨੂੰ ਵੜਨ ਨਹੀਂ ਦਿੰਦੇ ਸਨ। ਹੁਣ ਜਿਹੜੇ ਬਾਹਰ ਇਕੱਠੇ ਹੋਏ ਨੇ ਉਹ ਜਹਾਦੀ ਵੀ ਨੇ, ਪਰ ਉਹ ਸਾਰਿਆਂ ਦੇ ਵਿੱਚ ਨਾ ਹਿੰਮਤ ਨਹੀਂ ਵੀ ਉਹ ਸਿੰਘਾਂ ਨਾਲ ਉੱਥੇ ਮੱਥਾ ਲਾ ਲੈਣ। ਹੁਣ ਉਹ ਕਾਫੀ ਦਿਨ ਜਦੋਂ ਘੇਰਾ ਪਿਆ ਰਹਿੰਦਾ ਨਾ, ਫਿਰ ਇੱਕ ਦਿਨ ਮਹਾਰਾਜ ਦੀ ਕੀ ਬਖਸ਼ਿਸ਼ ਹੁੰਦੀ ਏ, ਆਸਮਾਨੀ ਬਿਜਲੀ ਡਿੱਗਦੀ ਏ। ਉਹਦੇ ਨਾਲ ਕੀ ਹੁੰਦੀ ਏ ਕਿ ਜਿਹੜਾ ਉਹਨਾਂ ਦੀ ਫੌਜ ਦਾ ਇੱਕ ਬੜਾ ਸਹਾਇਕ ਹੈ ਨਾ ਦੇਵਾ, ਉਹ ਭੱਜ ਜਾਂਦਾ ਆ। ਅਤੇ ਇਹਨੂੰ ਸਿੱਖਾਂ ਨੇ ਨਾ, ਇੱਕ ਨਾ ਹਰਸਾ ਹੈਗਾ ਉਹ ਮਾਰਿਆ ਜਾਂਦਾ ਹੈ। ਸਿੱਖਾਂ ਨੇ ਇਹਨੂੰ ਇੱਕ ਬੜਾ ਹੀ ਨਾ ਮਜ਼ਾਕੀਆ ਲਹਿਰ ਦੇ ਵਿੱਚ ਇਹ ਗੱਲ ਦੱਸੀ ਹੈ, ਕਹਿੰਦਾ ਹਰਸਾ ਮਾਰਿਆ ਦੇਵਾ ਨੱਠਾ ਅਸਲਮ ਗਿਆ ਲਾਹੌਰ। ਕਿ ਜਿਹੜਾ ਹਰਸਾ ਮਾਰਿਆ ਗਿਆ ਆ, ਜਿਹੜਾ ਦੇਵਾ ਉਹ ਡਰ ਕੇ ਭੱਜ ਗਿਆ, ਜਿਹੜਾ ਅਸਲਮ ਹੈ ਉਹ ਵੀ ਲਾਹੌਰ ਨੂੰ ਭੱਜ ਗਿਆ। ਹੁਣ ਇਹਦੇ ਨਾਲ ਜਹਾਦੀਆਂ ਜਿਹੜੇ ਨੇ ਦੰਦ ਖੱਟੇ ਹੋ ਗਏ। ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਸਿੰਘ ਨੇ ਨਾ, ਇਹਨਾਂ ਦੇ ਨਾਲ ਸਿੱਧੀ ਲੜਾਈ ਤਾਂ ਅਸੀਂ ਲੜ ਹੀ ਨਹੀਂ ਸਕਦੇ। ਇਸ ਤੋਂ ਬਾਅਦ ਹੁਣ ਕੀ ਹੁੰਦਾ ਹੈ, ਇਹਨਾਂ ਸਾਰੀਆਂ ਖਬਰਾਂ ਬਹਾਦਰ ਸ਼ਾਹ ਤੱਕ ਪਹੁੰਚਦੀਆਂ ਨੇ ਦੱਖਣ 'ਚ। ਹੁਣ ਭਾਵੇਂ ਬਹਾਦਰ ਸ਼ਾਹ ਨੂੰ ਮਤਲਬ ਉਹ ਖਬਰਾਂ ਭੇਜਦੇ ਨੇ, ਕਹਿੰਦੇ ਮੁਲਕ ਪਾਤਸ਼ਾਹੀ ਸਭ ਲੁੱਟ ਲਿਓ, ਪਿਕੰਬਰ ਕੋ ਉਨ ਦੀਨ ਗਵਾਇਓ। ਕਹਿੰਦੇ ਦਿੱਲੀ ਲਾਹੌਰ ਵੀ ਨਹਿ ਰਹਿ ਗੋ ਜੋ ਤੁਮ ਉਹਾਂ ਨਾ ਜਾਏ। ਕਹਿੰਦੇ ਜੇ ਤੂੰ ਢਿੱਲ ਕੀਤੀ ਨਾ ਪੰਜਾਬ ਰਹਿਣਾ ਅਤੇ ਨਾ ਹੀ ਦਿੱਲੀ ਰਹਿਣਾ। ਅਤੇ ਇਹ ਪ੍ਰਾਚੀਨ ਪੰਥ ਪ੍ਰਕਾਸ਼ ਲਿਖੀ ਹੈ, ਕਹਿੰਦਾ ਵੀ ਬਹਾਦਰ ਸ਼ਾਹ ਸੋਚਾ ਪੈਂਦਾ, ਬੰਦਾ ਉਸ ਗੁਰੂ ਕੋ ਹੈ ਦਾਸ ਮੋਹੇ ਪਾਤਸ਼ਾਹੀ ਦੀਨੀ ਜਾਸ। ਬੰਦਾ ਉਸ ਗੁਰੂ ਦਾ ਸਿੱਖਿਆ ਜਿਹਨੇ ਮੈਨੂੰ ਪਾਤਸ਼ਾਹੀ ਦਿੱਤੀ ਹੈ। ਪਰੰਤੂ ਜਦੋਂ ਸਾਰੀਆਂ ਗੱਲਾਂ ਹੁੰਦੀਆਂ ਫਿਰ ਉਹ ਸੋਚਦਾ ਨਹੀਂ, ਹੁਣ ਮੈਨੂੰ ਇਹਦੀ ਸ਼ਕਤੀ ਨੂੰ ਰੋਕਣਾ ਹੀ ਪੈਣਾ ਆ। ਬਾਦਸ਼ਾਹ ਬਹਾਦਰ ਸ਼ਾਹ ਦਾ ਜਿਹੜਾ ਪਹਿਲਾ ਪਲਾਨ ਸੀ ਨਾ, ਉਹ ਸੀ ਕਿ ਉਹਨੇ ਰਾਜਪੂਤ ਦੇ ਇਲਾਕੇ 'ਚੋਂ ਲੰਘ ਕੇ ਜਾਣਾ ਸੀ ਅਤੇ ਜਿਹੜੀ ਉੱਥੋਂ ਦੀ ਬਗਾਵਤ ਸੀ ਉਹਨੂੰ ਦਬਾਉਣਾ ਸੀ। ਉਹਨੇ ਸਾਰੀਆਂ ਗੱਲਾਂ ਨੂੰ ਦਰਕਿਨਾਰ ਕਰਤੇ। ਉਹ ਕਹਿੰਦਾ ਹੁਣ ਪੰਜਾਬ ਵੱਲ ਵਧਣਾ ਆ। ਹੁਣ ਇੱਥੇ ਮੈਂ ਧਿਆਨ ਨਾਲ ਦੇਣੀ ਇਹ ਕਿ ਲੋਹਗੜ੍ਹ ਦੀ ਜੰਗ ਹੋਣੀ ਹੈ ਇੱਕ। ਹੁਣ ਉਹ ਰਸਤੇ ਵਿੱਚ ਜਾਣ ਵੇਲੇ ਨਾ ਜਿੰਨੇ ਵੀ ਸੂਬਿਆਂ ਦੇ ਸੂਬੇਦਾਰ ਨੇ, ਹਿੰਦੂ ਰਿਆਸਤਾਂ ਦੇ ਰਾਜੇ ਨੇ, ਉਹ ਸਾਰਿਆਂ ਨੂੰ ਕਹਿੰਦਾ ਹੈ ਕਿ ਆਪਣੀ ਸੈਨਾ ਲਾ ਕੇ ਮੇਰੇ ਨਾਲ ਮਿਲੋ। ਇਸ ਤੋਂ ਇਲਾਵਾ ਅਵਧ ਦੇ ਸੂਬੇਦਾਰ, ਮੁਰਾਦਾਬਾਦ ਦੇ ਸੂਬੇਦਾਰ, ਇਲਾਹਾਬਾਦ ਦੇ, ਬਾਰੇ ਦੇ ਸਈਦ ਅਬਦੁੱਲਾ ਖਾਨ, ਸਾਰਿਆਂ ਨੂੰ ਉਹ ਖਬਰਾਂ ਭੇਜ ਦਿੰਦਾ ਕਿ ਤੁਸੀਂ ਸ਼ਾਹੀ ਫੌਜ ਦੇ ਨਾਲ ਆ ਕੇ ਮਿਲੋ। ਪਹਾੜੀ ਰਾਜਿਆਂ ਨੂੰ ਵੀ ਕਹਿ ਦਿੰਦਾ ਆ ਕਿ ਆਪਣੀਆਂ ਫੌਜਾਂ ਲੈ ਕੇ ਮਿਲੋ। ਇਸੇ ਤਰ੍ਹਾਂ ਨਾਲ ਘੱਟੋ ਘੱਟ ਐਡੀ ਵੱਡੀ ਸ਼ਾਹੀ ਸੈਨਾ ਮੁਲਕੀਆ ਤੁਰ ਪੈਂਦਾ ਨਾ, ਲੱਖਾਂ ਦੀ ਗਿਣਤੀ ਨਾਲ। ਮੈਂ ਤਾਂ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ ਸਾਧ ਸੰਗਤ ਜੀ, ਇੰਨੀ ਜ਼ਿਆਦਾ ਗਿਣਤੀ ਸੀ, ਇੰਨੀ ਜ਼ਿਆਦਾ ਗਿਣਤੀ ਸੀ। ਇਹ ਗਿਣਤੀ ਜਦੋਂ ਬਹਾਦਰ ਸ਼ਾਹ ਨੇ ਆਪਦੇ ਭਰਾ ਕਾਮ ਬਖਸ਼ ਨਾਲ ਲੜਾਈ ਕੀਤੀ ਸੀ ਨਾ, ਉਸ ਸਮੇਂ ਵੀ ਬਹਾਦਰ ਸ਼ਾਹ ਦੇ ਕੋਲ ਇੰਨੀ ਗਿਣਤੀ ਨਹੀਂ ਸੀ ਫੌਜ ਦੀ ਜਿੰਨੀ ਕਿ ਉਹਦੇ ਕੋਲ ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਲੜਨ ਵੇਲੇ ਉਹ ਲੈ ਕੇ ਤੁਰਿਆ ਆ। ਕਿਉਂਕਿ ਉਹਦੇ ਨਾਲ ਹਿੰਦੂ ਰਾਜੇ ਵੀ ਨੇ, ਪਹਾੜੀ ਰਾਜੇ ਵੀ ਨੇ, ਨਿੱਕੇ ਜਗੀਰਦਾਰ ਸਾਰੇ ਉਹਨੇ ਆਪਣੇ ਨਾਲ ਲੈ ਕੇ ਉੱਥੋਂ ਤੁਰ ਪਿਆ। ਇੱਥੋਂ ਅੱਗੇ ਫਿਰ ਸਭ ਤੋਂ ਪਹਿਲਾਂ ਫਿਰੋਜ਼ ਖਾਨ ਮੇਵਾਤੀ, ਜਿਹੜਾ ਬਾਦਸ਼ਾਹ ਦਾ ਖਾਸਮ ਖਾਸ ਹੈ, ਉਹਨੂੰ ਫੌਜ ਦੇ ਕੇ ਪਹਿਲਾਂ ਭੇਜਿਆ ਉਹਨੇ। ਪਹਿਲਾਂ ਸਡੌਰੇ, ਜਿਹੜਾ ਥਾਣੇਸਰ, ਮਾਫ ਕਰਨਾ, ਥਾਣੇਸਰ, ਜਿੱਥੇ ਕਿ ਬਾਬਾ ਰਾਮ ਸਿੰਘ ਅਤੇ ਵਿਨੋਦ ਸਿੰਘ ਸਨ, ਉੱਥੇ ਪ੍ਰਬੰਧਕੀ ਫੌਜ ਸੀ, ਜ਼ਿਆਦਾ ਫੌਜ ਨਹੀਂ ਸੀ। ਸੰਗਤ ਜੀ ਸਾਹਿਬ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਸ਼ਕਤੀ ਹਾਲੇ ਵੀ ਖਿੰਡੀ ਪੁੰਡੀ ਹੈ। ਉੱਥੇ ਉਹ ਥਾਣੇਸਰ ਦੇ ਵਿੱਚ ਆ ਕੇ ਹਮਲਾ ਕਰਦੇ ਨੇ, ਇੱਥੇ ਸਿੱਖ ਪਿੱਛੇ ਹਟਦੇ ਨੇ। ਉੱਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਸਾਰੇ ਸਿੰਘਾਂ ਸਰਦਾਰਾਂ ਨੂੰ ਇਹ ਹੁਕਮਨਾਮੇ ਭੇਜ ਦਿੰਦੇ ਨੇ ਕਿ ਭਾਈ ਸਾਰੇ ਜਾਣੇ ਆਪਾਂ ਹੁਣ ਲੋਹਗੜ੍ਹ ਇਕੱਠੇ ਹੋਣਾ ਆ, ਕਿਉਂਕਿ ਬਾਦਸ਼ਾਹ ਨੇ ਫੈਸਲਾ ਕਰ ਲਿਆ ਹੈ ਸਿੰਘਾਂ ਨਾਲ ਦੋ ਹੱਥ ਕਰਨ ਦਾ। ਹੁਣ ਬਾਦਸ਼ਾਹ ਹੌਲੀ ਹੌਲੀ ਅਕਤੂਬਰ 'ਚ ਤੁਰਦਾ ਆ। ਅਕਤੂਬਰ 'ਚੋਂ ਤੁਰਦਾ ਇੱਥੇ, ਕਿਉਂਕਿ ਉਹ ਹੌਲੀ ਹੌਲੀ ਆਉਂਦਾ ਪਿਆ ਆ। ਪਰ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹੁੰਦਾ, ਬਾਦਸ਼ਾਹ ਬਹਾਦਰ ਸ਼ਾਹ ਨਾ ਡਰਿਆ ਬਹੁਤ ਹੋਇਆ ਹਾਲੇ ਵੀ। ਕਿਉਂਕਿ ਇੱਕ ਤਾਂ ਉਹਨਾਂ ਦੇ ਮਨ ਵਿੱਚ ਇਹ ਹੈ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਹੈ ਜਾਦੂਈ ਸ਼ਕਤੀਆਂ ਦਾ ਮਾਲਕ ਹੈ। ਇਸ ਲਈ ਡਰਦਾ ਹੋਇਆ ਬਹਾਦਰ ਸ਼ਾਹ ਉਸੇ ਰਾਸਤੇ ਤੋਂ ਗੁਜ਼ਰਦਾ ਆ ਜਿੱਥੇ ਪਹਿਲਾਂ ਉਹਦੇ ਮੁਸਲਿਮ ਜਰਨੈਲ ਹੋ ਕੇ ਚਲ ਗਏ ਨੇ। ਇਸੇ ਲਈ ਉਹਨੂੰ ਜਿਹੜਾ ਤੁਰਦੇ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਅਖੀਰ ਤੱਕ ਪਹੁੰਚਦਾ ਆ। ਹੁਣ ਇੱਥੇ ਮੈਂ ਜ਼ਰੂਰ ਥੋੜ੍ਹੀ ਫੌਜ ਦੀ ਗਿਣਤੀ ਦੱਸਣਾ ਚਾਹੁੰਦਾ। ਕਹਿੰਦੇ ਨੇ 60,000 ਤਾਕਤਵਰ ਸਿਪਾਹੀਆਂ ਦੀ ਫੌਜ ਤਿਆਰ ਕਰਦਾ ਆ। ਉਹਦੇ 'ਚ 31,000 ਇਕੱਲੀ ਵੱਡੇ ਪੁੱਤਰ ਜਹਾਂਦਾਰ ਸ਼ਾਹ ਦੀ ਕਮਾਂਡ ਹੇਠ ਰੱਖਦਾ ਹੈ। ਬਾਕੀ 11,000 ਤਿੰਨੇ ਸ਼ਹਿਜ਼ਾਦਿਆਂ ਦੀ। ਉਸ ਤੋਂ ਇਲਾਵਾ 11,000 ਫੌਜ ਜਮਾਦੁਲ ਮੁਲਕ ਦੀ ਅਗਵਾਈ ਹੇਠ ਅਤੇ 7,000 ਮੁਹੰਮਦ ਖਾਂ ਦੇ ਅਧੀਨ। ਹੁਣ ਇੱਕ ਪਾਸੇ ਇਹ ਕੁਝ ਘੂਣੇ, ਉਸ ਤੋਂ ਇਲਾਵਾ ਹੁਣ ਉਹਦੇ ਨਾਲ ਹਿੰਦੂਆਂ ਦੀਆਂ ਵੀ ਜਿਹੜੇ ਰਾਜਪੂਤ ਰਾਜੇ ਨੇ ਉਹਨਾਂ ਦੀ ਫੌਜ ਵੀ ਹੈ, ਪਹਾੜੀਆਂ ਦੀ ਵੀ ਫੌਜ ਆ। ਅਤੇ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਦੇ ਕਿਲ੍ਹੇ 'ਚ ਮੁਕਾਬਲਾ ਕਰਨਾ ਹੈ। ਬਾਬਾ ਜੀ ਪਾਸ ਨਾ ਤਾਂ ਕੋਈ ਉਹਨਾਂ ਦਾ ਸਹਾਇਤਾ ਕਰਨ ਵਾਲਾ ਹੈ, ਸਿਰਫ ਅਤੇ ਸਿਰਫ ਉਹਨਾਂ ਨਾਲ ਥੋੜ੍ਹੇ ਜਿਹੇ ਸਿੰਘ ਨੇ। ਅਤੇ ਜਿਹੜਾ ਲੋਹਗੜ੍ਹ ਦਾ ਕਿਲ੍ਹਾ ਵੀ ਹੈ ਨਾ, ਉਹ ਵੀ ਕੋਈ ਬਹੁਤ ਜ਼ਿਆਦਾ ਮਜ਼ਬੂਤ ਕਿਲ੍ਹਾ ਨਹੀਂ ਗਾ, ਕਿਉਂਕਿ ਜਦੋਂ ਉਹਨਾਂ ਨੇ ਉਸ ਨੂੰ ਜਿੱਤਿਆ ਨਾ, ਉਸ ਤੋਂ ਬਾਅਦ ਉਹਦੇ ਵਿੱਚ ਥੋੜ੍ਹਾ ਬੜਾ ਉਹਦੇ 'ਤੇ ਹੱਥ ਫੇਰ ਕੇ ਉਹਨੂੰ ਯੁੱਧ ਕਰਨ ਜੋਗਾ ਬਣਾਇਆ ਆ।
ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਡਰਦੇ ਨਹੀਂ ਗੇ। ਤੇ ਦੂਜੇ ਪਾਸੇ ਵੱਡੇ ਵੱਡੇ ਖਾਨਦਾਨੀ ਰਾਜਪੂਤ ਰਾਜੇ, ਡਾਕਟਰ ਸੁਖਦਿਆਲ ਸਿੰਘ ਕਹਿੰਦੇ ਨੇ ਇਹ ਜਿਹੜੇ ਵੱਡੇ ਵੱਡੇ ਖਾਨਦਾਨੀ ਰਾਜਪੂਤ ਰਾਜੇ ਨਾ ਆਪਣੀਆਂ ਬੇਇੱਜ਼ਤੀਆਂ ਕਰਵਾ ਕੇ ਵੀ ਨਾ ਇਹ ਬਾਦਸ਼ਾਹ ਦੀ ਮਦਦ ਕਰਦੇ ਪੈਣੇ। ਇਹਨਾਂ ਨੂੰ ਸਾਰਿਆਂ ਨੂੰ ਭੁੱਲ ਪਿਆ ਵੀ ਉਹ ਗੁਰੂ ਦਾ ਸਿੱਖ ਜ਼ਿੰਦਗੀ ਦੇ ਮੌਜ ਨਾਲ ਜੂਝ ਰਿਹਾ ਆ, ਜਿਹੜੇ ਗੁਰੂ ਨੇ ਹਿੰਦੂਆਂ ਦੀ ਸ਼ਾਨ ਕਾਇਮ ਰੱਖਣ ਲਈ ਸੀਸ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ। ਪਰੰਤੂ ਸਾਰੇ ਬੇਕਰ ਤੇ ਅਕ੍ਰਿਤ ਘਣ ਬੰਦੇ ਸਾਰੇ ਇਹ ਬਹਾਦਰ ਸ਼ਾਹ ਦੇ ਨਾਲ ਜੁੜੇ ਨੇ। ਤੇ ਉਧਰ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਕੱਲਾ ਸਾਰੀ ਸੈਨਾ ਨਾਲ ਲੜਦਾ ਆ। 6 ਦਿਨ ਇਹ ਯੁੱਧ ਚੱਲਦਾ ਰਹਿੰਦਾ ਆ। 6 ਦਿਨ ਘੱਟੋ ਘੱਟ 24 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ। ਪਰ ਉਹ ਬੜੀ ਮੁਸ਼ਕਲ ਨਾਲ ਲੋਹਗੜ੍ਹ ਦੇ ਕਿਲ੍ਹੇ ਤੱਕ ਪਹੁੰਚ ਪਾਉਂਦੇ ਨੇ। ਹੁਣ ਉੱਥੇ ਲੋਹਗੜ੍ਹ ਦੇ ਕਿਲ੍ਹੇ 'ਚ ਕੀ ਹੁੰਦਾ ਆ, ਜਦੋਂ ਹੁਣ ਸਿੰਘ ਸਾਰੇ ਉੱਥੇ ਬਾਬਾ ਬੰਦਾ ਸਿੰਘ ਜੀ ਨੂੰ ਇਹ ਹੁਕਮ ਦਿੰਦੇ ਨੇ ਵੀ ਤੁਸੀਂ ਇੱਥੋਂ ਲੋਹਗੜ੍ਹ ਦੇ ਕਿਲ੍ਹੇ ਤੋਂ ਹੁਣ ਚਲੇ ਜਾਓ, ਤੁਸੀਂ ਇੱਥੋਂ ਚਲੇ ਜਾਓ, ਤੁਹਾਡੀ ਪੰਥ ਨੂੰ ਲੋੜ ਹੈ। ਬਾਬਾ ਜੀ ਨਹੀਂ ਮੰਨਦੇ, ਪਰ ਬਾਅਦ ਵਿੱਚ ਉੱਥੇ ਇੱਕ ਮਤਾ ਭਗਾਉਂਦੇ ਨੇ ਸਿੰਘ ਆਪਸ 'ਚ। ਹੋ ਸਕਦਾ ਕਿਸੇ ਵੀ ਰੂਪ 'ਚ ਪਤਾ ਨਹੀਂ ਕੀ ਹੋਇਆ, ਪਰੰਤੂ ਬਾਬਾ ਜੀ ਨੂੰ ਹੁਕਮ ਦਿੰਦੇ ਨੇ ਤੇ ਉਹਨਾਂ ਦੀ ਥਾਂ 'ਤੇ ਇੱਕ ਸਿੰਘ ਗੁਲਾਬ ਸਿੰਘ, ਜਿੰਦੀ ਕੀ ਸ਼ਕਲ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਰਲਦੀ ਮਿਲਦੀ ਹੈ, ਉਹ ਉੱਥੇ ਟਿਕ ਜਾਂਦਾ ਆ। ਤੇ ਉਹ ਥੋੜ੍ਹਾ ਚਿਰ ਲੜਦਾ ਆ, ਉਹ ਫੜਿਆ ਜਾਂਦਾ ਆ। ਤੇ ਇਹਨੂੰ ਇਹਨਾਂ ਨੇ ਇੱਕ ਗੱਲ ਉਦੋਂ ਕਹਿੰਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਨਾ ਵੀ ਬਾਬਾ ਬੰਦਾ ਸਿੰਘ ਬਹਾਦਰ ਤਾਂ ਅੰਦਰ ਫੜਿਆ ਨਹੀਂ ਗਿਆ, ਤੇ ਉਹਨਾਂ ਦੀ ਤਾਂ ਤੇ ਉਹਨਾਂ ਦਾ ਜਿਹੜਾ ਹਮਸ਼ਕਲ ਹੈ ਉਹ ਗੁਲਾਬ ਸਿੰਘ ਫੜਿਆ ਗਿਆ। ਤੇ ਉਹ ਕਹਿੰਦੇ ਨੇ ਬਾਜ ਉੱਡ ਗਿਆ ਤੇ ਉੱਲੂ ਰਹਿ ਗਿਆ। ਇਹ ਉਹਨਾਂ ਦੀ ਭਾਸ਼ਾ 'ਚ ਆ। ਹਾਲਾਂਕਿ ਡਾਕਟਰ ਸੁਖਦਿਆਲ ਸਿੰਘ ਜੀ ਨੇ ਇੱਕ ਬੜਾ ਸੋਹਣਾ ਫੁੱਟ ਨੋਟ ਦਿੱਤਾ ਆ। ਕਹਿੰਦੇ ਉਹ ਬੰਦਾ ਕਿੱਥੇ ਉੱਲੂ ਹੋ ਸਕਦਾ, ਉਹ ਬੰਦਾ ਕਿੰਨਾ ਮਹਾਨ ਹੋਏਗਾ ਜਿਨਨੇ ਆਪਦੇ ਨੇਤਾ ਦੇ ਲਈ ਆਪਦੀ ਜਾਨ ਦੀ ਪਰਵਾਹ ਤੱਕ ਵੀ ਨਹੀਂ ਕੀਤੀ। ਉਹ ਕਿੱਡਾ ਮਹਾਨ ਬੰਦਾ ਹੋਏਗਾ। ਹੁਣ ਉਹ 6-7 ਦਿਨ ਦੀ ਲੜਾਈ ਤੋਂ ਬਾਅਦ 1 ਦਸੰਬਰ ਨੂੰ ਜਾ ਕੇ ਉਹ ਅੰਦਰ ਲੋਹਗੜ੍ਹ ਦੇ ਕਿਲ੍ਹੇ 'ਚ ਵੜਦੇ ਨੇ ਤੇ ਉੱਥੇ ਜਾ ਕੇ ਭਾਈ ਗੁਲਾਬ ਸਿੰਘ ਜੀ ਨੂੰ ਫੜ ਲੈਂਦੇ ਨੇ। ਪਰ ਜਦੋਂ ਭਾਈ ਗੁਲਾਬ ਸਿੰਘ ਨੂੰ ਫੜਦੇ ਨੇ, ਉਹਨੂੰ ਮਨੀਮ ਖਾਨ ਜਿਹੜਾ ਕਿ ਬਹਾਦਰ ਸ਼ਾਹ ਦਾ ਖਾਸਮ ਖਾਸ ਸੀ, ਉਹ ਫੜਦਾ ਆ। ਹੁਣ ਜਦੋਂ ਉਹਨੂੰ ਉੱਥੇ ਫੜ ਲੈਂਦੇ ਨੇ ਤਾਂ ਉਹਦੇ ਨਾਲ ਕੀ ਹੁੰਦਾ ਆ ਕਿ ਉਹਨੂੰ ਬੇਇੱਜ਼ਤੀ ਬੜੀ ਮਹਿਸੂਸ ਹੁੰਦੀ ਕਿ ਮੈਂ ਰਾਜੇ ਨੂੰ ਤਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਸੀ ਉਹਨੂੰ ਤਾਂ ਫੜ ਨਹੀਂ ਪਾਇਆ। ਤੇ ਉਹ ਇਸੇ ਹੀ ਗਮ ਦੇ ਵਿੱਚ ਬਿਮਾਰ ਹੋ ਕੇ ਮਰ ਜਾਂਦਾ ਮਨੀਮ ਖਾਨ। ਪਰੰਤੂ ਹੁਣ ਆਪਣਾ ਗੁੱਸਾ ਕੱਢਣ ਵਾਸਤੇ ਉਹ ਜੋ ਇਹ ਲੋਹਗੜ੍ਹ ਦਾ ਕਿਲ੍ਹਾ ਨਾ, ਇਹ ਨਾਹਨ ਦੇ ਰਾਜੇ ਦੇ ਅਧੀਨ ਪੈਂਦਾ ਹੈ ਉਸ ਇਲਾਕੇ 'ਚ। ਭੂ ਪ੍ਰਕਾਸ਼ ਉਹਦਾ ਨਾਮ। ਉਹਨੂੰ ਫੜ ਕੇ ਤਸੀਹੇ ਦਿੰਦੇ ਨੇ, ਉਹਨੂੰ ਭਾਈ ਗੁਲਾਬ ਸਿੰਘ ਨਾਲ ਇੱਕੋ ਪਿੰਜਰੇ 'ਚ ਰੱਖਦੇ ਨੇ। ਇਹਨਾਂ ਸਾਰਿਆਂ ਨਾਲ ਉਹ ਧੱਕਾ ਕਰਦੇ ਨੇ। ਤੇ ਜਿਹੜੇ ਪਹਾੜੀ ਰਾਜੇ ਨਾ ਹੋਰ ਵੀ ਉਹ ਬੜੇ ਡਰ ਜਾਂਦੇ ਨੇ। ਉਹਨਾਂ ਦੇ ਸ਼੍ਰੀਨਗਰ ਦਾ ਰਾਜਾ ਆ, ਉਹ ਡਰਦਾ ਪਹਿਲਾਂ ਤੋਹਫੇ ਭੇਜ ਦਿੰਦਾ ਕਿ ਜਿਹੜਾ ਬਹਾਦਰ ਸ਼ਾਹ ਦਾ ਜਿਹੜਾ ਗੁੱਸਾ ਹੈ ਨਾ ਕਿਤੇ ਉਹਦੇ ਤੱਕ ਨਾ ਪਹੁੰਚ ਜਾਏ। ਉਹ ਆਪਣੇ ਇਲਾਕੇ ਦੇ 30 ਸਿੱਖਾਂ ਦੇ ਸੀਸ ਕੱਟ ਕੇ ਬਾਦਸ਼ਾਹ ਨੂੰ ਵੀ ਤੋਹਫੇ 'ਚ ਭੇਜਦਾ ਆ। ਪਰੰਤੂ ਇਸ ਹਾਰ ਦਾ ਇੰਨਾ ਪ੍ਰਭਾਵ ਪੈਂਦਾ ਆ ਕਿ ਬਹਾਦਰ ਸ਼ਾਹ ਘੱਟੋ ਘੱਟ 4 ਮਹੀਨੇ ਲੋਹਗੜ੍ਹ ਬੈਠਾ ਰਹਿੰਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਇੱਥੇ ਹੀ ਸਮਾਪਤੀ ਕਰਾਂਗੇ। ਹੁਣ ਇਸ ਤੋਂ ਅੱਗੇ ਜੋ ਪਾਠ ਹੋਏਗਾ ਉਹਦੇ ਵਿੱਚ ਬਾਦਸ਼ਾਹ ਦਾ ਲੋਹਗੜ੍ਹ ਤੋਂ ਲਾਹੌਰ ਵਾਲੇ ਪਾਸੇ ਜਾਣਾ, ਤੇ ਸਿੱਖਾਂ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪਹਾੜੀਆਂ ਦੇ ਨਾਲ, ਤੇ ਉਹਨਾਂ ਦੀ ਸ਼ਾਦੀ ਦਾ, ਉਹਨਾਂ ਦੇ ਵਿਆਹ ਦਾ, ਤੇ ਪਹਾੜੀਆਂ ਨਾਲ ਜੋ ਭਾਈ ਬਾਗੜ ਸਿੰਘ ਹਨਾ ਨੇ ਉੱਥੇ ਆਪਣੇ ਹੱਥ ਵਿਖਾਏ, ਉਹ ਸਭ ਬਾਰੇ ਆਪਾਂ ਅਗਲੇ ਹਿੱਸੇ ਦੇ ਵਿੱਚ ਵਿਚਾਰ ਕਰਾਂਗੇ। ਸਾਰੀ ਸੰਗਤ ਦਾ ਧੰਨਵਾਦ। ਸਿੱਖ ਸੇਵਕ ਆਸਟ੍ਰੇਲੀਆ ਦਾ ਧੰਨਵਾਦ ਜਿਨ੍ਹਾਂ ਨੇ ਮੌਕਾ ਬਣਾਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ